ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਦਰਸ਼ਕਾਂ ਦਾ ਮੈਂ ਰਮਨ ਬਾਜਵਾ ਨਿੱਘਾ ਸਵਾਗਤ ਕਰਦੀ ਹਾਂ। ਦਰਸ਼ਕੋ, ਤੁਸੀਂ ਦੇਖ ਰਹੇ ਹੋ ਸਾਡਾ ਪ੍ਰੋਗਰਾਮ ਖਾਸ ਮੁਲਾਕਾਤ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਰਾਹੀਂ ਅਸੀਂ ਤੁਹਾਨੂੰ ਵੱਖ-ਵੱਖ ਅਜ਼ੀਮ ਸ਼ਖਸੀਅਤਾਂ ਦੇ ਰੂਬਰੂ ਕਰਵਾਉਂਦੇ ਰਹਿੰਦੇ ਹਾਂ, ਖਾਸ ਕਰਕੇ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਭਾਰਤ ਦਾ ਨਾਮ ਰੋਸ਼ਨ ਕੀਤਾ ਹੈ। ਤੇ ਅੱਜ ਸਾਡੇ ਦਰਮਿਆਨ ਨੇ ਡਾਕਟਰ ਚਰਨਜੀਤ ਸਿੰਘ, ਰਿਟਾਇਰਡ ਚੀਫ ਮੈਨੇਜਰ ਦਿੱਲੀ ਤੋਂ। आओ उन्होंने करते हैं गलबात तो जानते हैं उन्होंने इस सफ़र की कहानी, उन्होंने ज़बानी। पर उस तो पहला उन्होंने निक्का स्वागत कर लिए। डॉक्टर चरणजीत, बहुत बहुत स्वागत है चढ़दी कला टाइम टीवी के अदारे। सत श्री अकाल जी। डॉक्टर चरणजीत सिंह जी, सब तो पहला तो बारे जानना चाहांगे, तुहाडे निजी जीवन बारे जानना चाहांगे। तुहाडी पढ़ाई कित्थों शुरू हुई, आप जी जंपल कित्थों गए? मेरा जन्म दिल्ली का है जी, 1954 का जी। और बहुत छोटी उम्र में अपने पिता ਨੂੰ ਗਵਾ ਲਿਆ ਸੀਗਾ। ਮੇਰੇ ਪਿਤਾ ਜੀ ਬਹੁਤ ਜਲਦੀ ਡੈਥ ਹੋ ਗਈ ਸੀ ਤੇ ਮੇਰੀ ਮਦਰ ਦਾ ਮੇਰੇ ਤੇ ਬਹੁਤ ਪ੍ਰਭਾਵ ਰਿਹਾ। ਉਹ ਪੜ੍ਹੇ ਲਿਖੇ ਸਨ ਤੇ ਉਹਨਾਂ ਨੇ ਮੈਨੂੰ ਇਸ ਪਾਸੇ ਲਗਾਇਆ ਪੜ੍ਹਾਈ ਲਿਖਾਈ ਵੱਲ। ਮੈਂ ਗ੍ਰੈਜੂਏਸ਼ਨ ਕੀਤੀ ਦਿੱਲੀ ਯੂਨੀਵਰਸਿਟੀ ਤੋਂ, BA ਆਨਰਸ ਜੀ, ਪੰਜਾਬੀ ਦਿੱਲੀ ਖਾਲਸਾ ਕਾਲਜ ਤੋਂ। ਤੇ ਉਸ ਤੋਂ ਬਾਅਦ ਮੇਰੀ ਜੌਬ ਪੰਜਾਬ ਐਂਡ ਸਿੰਧ ਬੈਂਕ ਵਿੱਚ ਲੱਗ ਗਈ ਗ੍ਰੈਜੂਏਸ਼ਨ ਕਰਨ ਦੇ ਫੌਰਨ ਬਾਅਦ। और उस तो बाद नौकरी के नाल नाल मैं जड़ा है पढ़ाई करता रहा और मेरा तबादला चंडीगढ़ हो गया। चंडीगढ़ तो मैं तो पंजाबी यूनिवर्सिटी पटियाला तो MA ज्वाइन कर ली जी। उस तो बाद मेरी दिल्ली जो पोस्टिंग हुई तो मैं MA हिंदी राजस्थान यूनिवर्सिटी तो कर ली। उस तो बाद मैं जर्नलिज्म एंड मास कम्युनिकेशन कोटा ओपन यूनिवर्सिटी तो किया जी। तो उस तो बाद मेरा क्योंकि हिंदी ਦੇ ਵਿੱਚ ਬਹੁਤ ਇੰਟਰਸਟ ਸੀ, ਮੈਂ MA ਹਿੰਦੀ ਵੀ ਕੀਤੀ ਸੀ ਤੇ ਮੈਂ PhD ਕੀਤੀ ਹਿੰਦੀ ਦੇ ਅੰਦਰ, ਜਿਹਦੇ 'ਚ ਮੇਰਾ ਵਿਸ਼ਾ ਬੜਾ ਰੋਚਕ ਸੀ। ਉਹ ਸੀ ਸਾਠੋਤਰੀ ਹਿੰਦੀ ਕਹਾਣੀ में प्रेम का बदलता स्वरूप। ਉਹ ਥੀਸਿਸ ਦਾ ਆਕਾਰ ਬਹੁਤ ਵੱਡਾ ਸੀਗਾ। ਥੀਸਿਸ ਮੈਂ ਸਾਰਾ 1960 ਤੋਂ ਲੈ ਕੇ ਹੁਣ ਤੱਕ ਦੀਆਂ ਸਾਰੀਆਂ ਕਹਾਣੀਆਂ ਨੂੰ ਸਮਾਹਿਤ ਕੀਤਾ, ਜਿਹੜੀ ਪ੍ਰੇਮ ਸੰਬੰਧਾਂ ਦੇ ਉੱਤੇ ਕਹਾਣੀਆਂ ਸਨ, ਸਾਡੇ ਸਮਾਜ ਦੇ ਜੀਵਨ ਮੁੱਲਿਆਂ ਦੇ ਉੱਤੇ ਕਹਾਣੀਆਂ ਸਨ, ਜਿਹੜੇ ਸਾਡੇ ਸਮਾਜ ਜੀਵਨ ਮੁੱਲ ਕਿਸ ਤਰ੍ਹਾਂ ਪਰਿਵਰਤਿਤ ਹੋਏ ਨੇ, ਸਮਾਜ ਨੇ ਕਿਸ ਦਿਸ਼ਾ ਵੱਲ ਜਾਣਾ ਹੈ, ਉਸ ਤਰ੍ਹਾਂ ਦੀ ਕਹਾਣੀਆਂ ਮੈਂ ਉਹਦੇ 'ਚ ਲਈਆਂ ਜੀ। ਜਦ ਮੈਂ ਚੰਡੀਗੜ੍ਹ ਦੇ ਪ੍ਰਵਾਸ ਦੇ ਦੌਰਾਨ ਮੇਰੀ ਪਹਿਲੀ ਕਿਤਾਬ ਪੰਜਾਬੀ ਕਵਿਤਾ ਦੀ ਛਪੀ, ਸਰਾਪੇ ਇਕਰਾਰ, ਪੋਇਟਰੀ ਦੀ। ਉਹੀ ਕਿਤਾਬ ਬਾਅਦ ਵਿੱਚ 3 ਭਾਸ਼ਾਵਾਂ ਵਿੱਚ ਅਨੁਵਾਦ ਹੋਈ, ਅੰਗਰੇਜ਼ੀ, ਬਾਂਗਲਾ ਤੇ ਮਰਾਠੀ ਵਿੱਚ। ਹੁਣ ਕਿਉਂਕਿ ਮੇਰਾ ਰੁਝਾਨ ਬਹੁਤ ਸਾਰਾ ਹਿੰਦੀ ਵਿੱਚ ਸੀ, ਹਿੰਦੀ ਵਿੱਚ ਲਿਖਣ ਦੇ ਸੀ, ਤੇ ਮੇਰੀਆਂ ਹਿੰਦੀ ਵਿੱਚ ਵੀ ਬਹੁਤ ਸਾਰੀਆਂ ਕਿਤਾਬਾਂ ਆਈਆਂ, ਜਿਹਦੇ 'ਚ ਮੇਰੀਆਂ 6 ਕਿਤਾਬਾਂ ਉਰਦੂ ਗਜ਼ਲ 'ਤੇ ਆਈਆਂ। ਉਰਦੂ ਗਜ਼ਲ ਦੀ ਮੈਂ ਬਾਕਾਇਦਾ ਤਾਲੀਮ ਲਈ, ਗਜ਼ਲ ਦੀ ਤਕਨੀਕ ਨੂੰ ਸਿੱਖਿਆ ਜੀ। ਔਰ ਗਜ਼ਲ ਦੀ ਤਕਨੀਕ ਸਿੱਖ ਕੇ ਗਜ਼ਲ ਦਾ ਜੋ ਮੀਟਰ ਹੈ, ਗਜ਼ਲ ਦਾ ਜੋ ਸਿਸਟਮ ਹੈ, ਗਜ਼ਲ ਦੀ ਜੋ ਬਹਿਰਾ ਨੇ, ਉਹਦੇ ਬਾਰੇ ਬੜੀ ਜਾਣਕਾਰੀ ਲਈ। ਤਾਂ ਮੈਨੂੰ ਬੜੇ ਅੱਛੇ ਉਸਤਾਦ ਮਿਲੇ। ਗ੍ਰੈਜੂਏਸ਼ਨ ਦੇ ਨਾਲ ਨਾਲ, ਪੋਸਟ ਗ੍ਰੈਜੂਏਸ਼ਨ ਦੇ ਨਾਲ ਨਾਲ ਗਜ਼ਲਾਂ ਵੱਲ ਧਿਆਨ ਦਿੱਤਾ। ਅਤੇ ਮੇਰੀਆਂ 6 ਪੁਸਤਕਾਂ, ਜਿਹਦੇ 'ਚ 2 ਪੁਸਤਕਾਂ ਹਿੰਦੀ ਔਰ ਉਰਦੂ 'ਚ ਨੇ, ਬਾਕੀ 4 ਪੁਸਤਕਾਂ ਹਿੰਦੀ ਵਿੱਚ ਨੇ। ਇਸ ਤੋਂ ਬਾਅਦ ਪੰਜਾਬੀ ਸਾਥ ਲਾਂਬੜਾ ਵਾਲਿਆਂ ਨਾਲ ਮੇਰਾ ਰਾਬਤਾ ਹੋਇਆ ਤੇ ਮੈਂ ਉਹਨਾਂ ਲਈ 9 ਕਿਤਾਬਾਂ ਸੰਪਾਦਿਤ ਕੀਤੀਆਂ ਜੀ। ਉਹਨਾਂ ਕਿਤਾਬਾਂ ਦੇ ਵਿੱਚ ਇੱਕ ਬੜੀ ਵੱਡੀ ਖੂਬੀ ਇਹ ਸੀ ਕਿ ਮੈਂ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੇ ਸਾਡੇ ਔਰਤ ਕਥਾਕਾਰਾਂ ਨੇ ਉਹਨਾਂ 'ਤੇ ਕੰਮ ਕੀਤਾ। ਮੈਂ 100 ਕਹਾਣੀਆਂ ਇਸਤਰੀ ਕਥਾਕਾਰਾਂ ਤੋਂ ਮੰਗਵਾਈਆਂ ਤੇ ਉਹਨਾਂ ਨੂੰ ਮੈਂ ਹਿੰਦੀ 'ਚ ਅਨੁਵਾਦ ਕੀਤਾ। ਉਹ ਦੋਨੋਂ ਕਿਤਾਬਾਂ ਛਪੀਆਂ, ਪੰਜਾਬੀ ਵਿੱਚ ਵੀ ਹਿੰਦੀ ਵਿੱਚ ਵੀ। ਇਸ ਤੋਂ ਇਲਾਵਾ ਸਮਾਜ ਦੇ ਜਿਹੜੇ ਸਾਡਾ ਬਾਲ ਮਨੋਵਿਗਿਆਨ 'ਤੇ ਕੰਮ ਕੀਤਾ। ਫਿਰ ਪੰਜਾਬੀ ਦੀਆਂ ਕਵਿਤਰੀਆਂ ਤੋਂ, ਉਹਨਾਂ ਦੇ ਮਾਂ ਸੰਬੰਧੀ ਕਵਿਤਾਵਾਂ ਤਿਆਰ ਕੀਤੀਆਂ, ਪੁਸਤਕ ਮਾਵਾਂ ਠੰਡੀਆਂ ਛਾਵਾਂ ਜੀ। ਇਸ ਤਰ੍ਹਾਂ ਬੇਟੀਆਂ ਦੇ ਉੱਤੇ ਕਿਤਾਬ ਤਿਆਰ ਕੀਤੀ, ਜਿਹਦੇ 'ਚ 116 ਕਵਿਤਾਵਾਂ ਸਨ, ਉਹ ਵੀ ਇਸਤਰੀ ਕਵਿਤਰੀਆਂ ਦੀਆਂ। ਇੱਕ ਔਰਤ ਦੂਸਰੀ ਔਰਤ ਦੇ ਬਾਰੇ ਕੀ ਸੋਚਦੀ ਹੈ, ਇਸ ਤਰ੍ਹਾਂ ਦੀ 116 ਕਵਿਤਾਵਾਂ ਬੇਟੀਆਂ ਦੇ ਉੱਤੇ ਸਨ। ਜਦਕਿ ਉਹਨਾਂ ਦਿਨਾਂ ਵਿੱਚ ਪੰਜਾਬ ਵਿੱਚ, ਖਾਸ ਤੌਰ 'ਤੇ ਪੰਜਾਬ ਦੇ ਅੰਦਰ, ਕੁੜੀਆਂ ਨੂੰ ਮਾਰ ਦੇਣ ਦਾ ਬੜਾ ਵੱਡਾ ਇੱਕ ਕਲੰਕ ਸੀਗਾ। ਕੁੜੀਆਂ ਦਾ ਪੈਦਾ ਹੋ ਜਾਣਾ ਅੱਛਾ ਨਹੀਂ ਸੀ ਸਮਝਿਆ ਜਾਂਦਾ। ਉਹਦੇ 'ਤੇ ਬੜੀਆਂ ਪੋਜ਼ੀਟਿਵ ਕਵਿਤਾਵਾਂ ਮੈਂ ਮੰਗਵਾਈਆਂ, ਉਹ ਆਈਆਂ ਤੇ ਉਹਨਾਂ ਕਿਤਾਬਾਂ ਨੂੰ ਅਲੱਗ-ਅਲੱਗ ਵਾਲੇ ਵਿੱਚ ਛਾਪਿਆ। ਉਸ ਤੋਂ ਇਲਾਵਾ ਜਿਹੜਾ ਹੈਂਡੀਕੈਪ ਚਿਲਡਰਨ ਦੇ ਉੱਤੇ ਮੈਂ ਕੰਮ ਕੀਤਾ। ਪੰਜਾਬੀ ਸੱਥ ਵਾਲਿਆਂ ਨੇ ਮੇਰੀਆਂ 9 ਕਿਤਾਬਾਂ ਛਾਪੀਆਂ ਜੀ। ਜਿਹੜੀਆਂ ਮੈਂ ਉਰਦੂ ਦੀਆਂ ਗਜ਼ਲਾਂ ਲਿਖੀਆਂ, ਉਰਦੂ ਦੀ ਗਜ਼ਲਾਂ ਬਹੁਤ ਸਾਰੇ ਨਾਮੀ ਗ੍ਰਾਮੀ ਸਿੰਗਰ ਨੇ ਗਾਈਆਂ, ਜਿਹੜੀਆਂ ਕਿ ਇਸ ਵੇਲੇ YouTube ਦੇ ਉੱਤੇ ਅਵੇਲੇਬਲ ਹੈਗੀਆਂ। ਤੇ ਇਹ ਲਿਖਣ ਦਾ ਸਿਲਸਿਲਾ ਮੇਰਾ ਲਗਾਤਾਰ ਚੱਲ ਰਿਹਾ ਹੈ।
2014 ਦੇ ਵਿੱਚ ਮੈਂ ਬੈਂਕ ਤੋਂ, ਪੰਜਾਬ ਐਂਡ ਸਿੰਧ ਬੈਂਕ ਤੋਂ ਰਿਟਾਇਰ ਹੋਇਆ ਤੇ ਮੈਂ ਆਪਣਾ ਮਨ ਬਣਾ ਲਿਆ ਕਿ ਮੈਂ ਸਿਰਫ ਲਿਖਣਾ ਹੈ ਔਰ ਸਿਰਫ ਲਿਖਣ ਦਾ ਹੀ ਕੰਮ ਕਰਨਾ ਹੈ। ਤੇ ਕਿਉਂਕਿ ਸਾਹਿਤ ਦੇ ਨਾਲ, ਲਿਖਣ ਦੇ ਨਾਲ ਮੈਨੂੰ ਪੜ੍ਹਨ ਦਾ ਬਹੁਤ ਜ਼ਿਆਦਾ ਸ਼ੌਂਕ ਹੈ। ਮੈਂ ਕਿਤਾਬਾਂ ਬਹੁਤ ਸਾਰੀਆਂ ਪੜ੍ਹਦਾ, ਉਹਦੇ ਬਾਅਦ ਮੈਂ ਬਹੁਤ ਸਾਰਾ ਲਿਖਦਾ ਜੀ। ਸਾਡੇ ਪੰਜਾਬੀ ਦੇ ਲੇਖਕਾਂ ਦੀ ਇੱਕ ਵੱਡੀ ਮੁਸ਼ਕਲ ਹੈ ਕਿ ਉਹ ਪੜ੍ਹਦੇ ਘੱਟ ਨੇ, ਲਿਖਣ ਵੱਲ ਜ਼ਿਆਦਾ ਉਹਨਾਂ ਦਾ ਰੁਝਾਨ ਹੁੰਦਾ ਹੈ। ਸਾਡੇ ਪੰਜਾਬੀ ਦੇ ਲੇਖਕਾਂ ਦੀ ਇੱਕ ਵੱਡੀ ਮੁਸ਼ਕਲ ਹੈ ਕਿ ਉਹ ਪੜ੍ਹਦੇ ਘੱਟ ਨੇ, ਲਿਖਣ ਵੱਲ ਜ਼ਿਆਦਾ ਉਹਨਾਂ ਦਾ ਰੁਝਾਨ ਹੁੰਦਾ ਹੈ। ਉਹ ਜੇ ਥੋੜਾ ਵੀ ਛਾਪ ਜਾ ਸਮਝਦੇ ਕਿ ਬਹੁਤ ਵੱਡੀ ਪ੍ਰਾਪਤੀ ਹੋ ਗਈ। ਮੇਰਾ ਮੰਨਣਾ ਹੈ ਕਿ ਤੁਹਾਡੇ ਇਹਦੇ 'ਚ ਕੋਈ ਸੀਮਾ ਨਹੀਂ ਹੈ, ਕੋਈ ਅੰਤ ਨਹੀਂ ਹੈ। ਤੁਸੀਂ ਕਿੰਨਾ ਪੜ੍ਹ ਲੈਣਾ, ਤੁਸੀਂ ਕਿੰਨਾ ਲਿਖ ਲੈਣਾ ਹੈ। ਅਸੀਂ ਪੁਸਤਕ ਨੂੰ ਲੈ ਆਉਂਦੇ ਹਾਂ ਜਾਂ ਸਾਨੂੰ ਕੋਈ ਪੁਸਤਕ ਭੇਜ ਦਿੰਦਾ ਹੈ, ਅਸੀਂ ਉਹਨੂੰ ਪੜ੍ਹਦੇ ਨਹੀਂ ਹਾਂ। ਉਹ ਪੁਸਤਕ ਸਾਡੇ ਉੱਤੇ ਮਿੱਟੀ ਧੂੜ ਜੰਮਦੀ ਰਹਿੰਦੀ ਹੈ, ਕਿਤਾਬ ਪਈ ਰਹਿੰਦੀ ਹੈ। ਅਸੀਂ ਕਿਤਾਬਾਂ ਨੂੰ ਯੂਜ਼ ਨਹੀਂ ਕਰਨਾ ਸਿੱਖਦੇ। ਬਿਲਕੁਲ ਜੀ। ਕਿਤਾਬਾਂ ਨੂੰ ਪੜ੍ਹਨਾ, ਆਪਣਾ ਤਲਫੁਜ਼ ਸਾਫ਼ ਕਰਨਾ, ਕਈ ਭਾਸ਼ਾਵਾਂ ਦੇ ਬਾਰੇ ਪੜ੍ਹਨਾ। ਔਰ ਦੂਜਾ ਮੇਰਾ ਇਹ ਹੈ ਕਿ ਜਦ ਤੱਕ ਸਾਡੇ ਕੋਲ ਅਨੁਵਾਦਿਤ ਹੋ ਕੇ ਦੂਜੀਆਂ ਭਾਸ਼ਾਵਾਂ ਦਾ ਸਾਹਿਤ ਨਹੀਂ ਆਏਗਾ, ਸਾਡੀ ਭਾਸ਼ਾ ਅਮੀਰ ਨਹੀਂ ਹੋ ਸਕਦੀ। ਅਸੀਂ ਦੂਜੀਆਂ ਭਾਸ਼ਾਵਾਂ ਨੂੰ ਪੜ੍ਹਾਂਗੇ, ਸਮਝਾਂਗੇ। ਔਰ ਮੇਰਾ ਅਨੁਵਾਦ ਦਾ ਜਿਹੜਾ ਰਿਹਾ ਬਹੁਤ ਜ਼ਿਆਦਾ ਇੱਕ ਵੱਡਾ ਕੰਟਰੀਬਿਊਸ਼ਨ ਰਿਹਾ ਕਿ ਅਸੀਂ ਦੂਜੀਆਂ ਭਾਸ਼ਾਵਾਂ ਤੋਂ ਇੱਕ ਕਿਤਾਬ ਨੂੰ ਦੂਜੀ ਭਾਸ਼ਾ 'ਚ ਅਨੁਵਾਦ ਕਰਵਾਈ ਹੈ। ਲੇਕਿਨ ਮੇਨ ਫੋਕਸ ਮੇਰਾ ਰਿਹਾ ਆਪਣੀ ਪੰਜਾਬੀ ਭਾਸ਼ਾ ਨੂੰ ਵਿਕਸਿਤ ਕਰਨ ਦਾ। ਚਾਹੇ ਉਹ ਪੰਜਾਬ ਦੀ ਗੱਲ ਹੋਵੇ, ਚਾਹੇ ਪੰਜਾਬੀਅਤ ਦੀ ਗੱਲ ਹੋਵੇ, ਇਸ ਸੋਚ ਨੂੰ ਲੈ ਕੇ ਮੈਂ ਇੱਕ ਐਨਸਾਈਕਲੋਪੀਡੀਆ ਬਣਾ ਰਿਹਾ। 2 ਐਨਸਾਈਕਲੋਪੀਡੀਆ 2 ਭਾਸ਼ਾਵਾਂ ਵਿੱਚ ਹੈ। ਜਿਹੜਾ ਪੰਜਾਬੀ ਵਾਲਾ ਮੇਰਾ ਹੈ, ਉਹਦੇ 'ਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਤਿੰਨਾਂ ਦੇ ਉੱਤੇ ਮੈਂ ਕੰਮ ਕਰ ਰਿਹਾ, ਫੋਕਸ ਕਰ ਰਿਹਾ। ਬਹੁਤ ਵਧੀਆ। ਉਹਦੇ ਵਿੱਚ ਮੈਂ ਮੇਨ ਇਹ ਕਰ ਰਿਹਾ ਕਿ ਜਿਹੜਾ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਹੜਾ ਹਵਾਲੇ ਆਏ ਨੇ, ਉਹਨਾਂ ਦੇ ਬਾਰੇ ਸਮੱਗਰੀ ਇਕੱਤਰਿਤ ਕਰਨਾ, ਉਹਨਾਂ ਦੇ ਬਾਰੇ ਇਨਫੋਰਮੇਸ਼ਨ ਰੱਖਣਾ ਜੀ, ਤਾਂ ਕਿ ਜਿਹੜੇ ਪਾਠਕ ਨੇ ਉਹਨਾਂ ਨੂੰ ਉਹਦੀ ਬੜੀ ਲਾਹੇਵੰਦ ਜਾਣਕਾਰੀ ਮਿਲ ਸਕੇ। ਪੰਜਾਬੀ ਅਧਿਐਨ ਨੂੰ ਬੜੀ ਡੂੰਘਾਈ ਦੇ ਨਾਲ ਜਾਣਨ ਦਾ ਮੌਕਾ ਮਿਲਦਾ। ਮੈਨੂੰ ਇਹ ਵੀ ਬੜਾ ਸ਼ਰਫ ਹਾਸਿਲ ਹੋਇਆ ਕਿ ਮੈਂ ਪੰਜਾਬੀ ਦੇ ਔਰ ਹਿੰਦੀ ਦੇ ਬਹੁਤ ਸਾਰੇ ਲੇਖਕਾਂ ਨੂੰ ਪਰਸਨਲੀ ਮਿਲਿਆ ਜੀ। ਕਿਉਂਕਿ ਜਿਹੜਾ ਮੇਰਾ PhD ਦਾ ਵਿਸ਼ਾ ਸੀ ਉਹ ਹਿੰਦੀ ਕਹਾਣੀ ਤੇ ਕੰਮ ਸੀ, ਜਿਹਦੇ ਵਿੱਚ ਮੈਂ 45 ਲੇਖਕਾਂ ਤੇ ਕੰਮ ਕੀਤਾ। 30 ਲੇਖਕ 1960 ਤੋਂ ਬਾਅਦ ਦੇ, 15 ਲੇਖਕ 1960 ਤੋਂ ਪਹਿਲਾਂ ਦੇ। 30 ਦੇ 30 ਲੇਖਕਾਂ 'ਚ ਮੈਂ 20-25 ਲੇਖਕਾਂ ਨੂੰ ਮਿਲਿਆ ਜਿਹੜੇ ਨਾਮੀ ਗ੍ਰਾਮੀ ਲੇਖਕ ਸਨ ਜੀ। ਤੇ ਮੈਨੂੰ ਸਾਰਿਆਂ ਦਾ ਸਹਿਯੋਗ ਮਿਲਿਆ। ਪਤਾ ਨਹੀਂ ਮੇਰੀ ਖੁਸ਼ਕਿਸਮਤੀ ਸੀ ਕਿ ਮੈਨੂੰ ਜਿੰਨੇ ਵੀ ਇਹ ਲੋਕ ਮਿਲੇ, ਜਿੰਨੇ ਵੀ ਵਿਦਵਾਨ ਮਿਲੇ, ਉਹ ਸਾਰੇ ਸੀਮੈਂਟਡ ਹੈਂਡ ਮਿਲੇ। ਉਹਨਾਂ ਨੇ ਮੈਨੂੰ ਹਮੇਸ਼ਾ ਪ੍ਰੋਤਸਾਹਿਤ ਕੀਤਾ ਲਿਖਣ ਵੱਲ। ਉਹਦਾ ਮੈਨੂੰ ਇਹ ਹੋਇਆ ਕਿ ਮੇਰੀ ਲਾਇਬ੍ਰੇਰੀ ਵੀ ਬੜੀ ਅਮੀਰ ਹੋ ਗਈ। ਬਹੁਤ ਸਾਰੇ ਲੋਕਾਂ ਨੇ ਆਪਣੀ ਕਿਤਾਬਾਂ ਮੈਨੂੰ ਦਿੱਤੀਆਂ ਤੇ ਮੈਂ ਵਿਹਲੇ ਸਮੇਂ ਦੇ ਵਿੱਚ ਉਹਨਾਂ ਪੁਸਤਕਾਂ ਨੂੰ ਅਧਿਐਨ ਉਹਨਾਂ ਦਾ ਕਰਦਾ ਜੀ। ਸੋ ਦਰਸ਼ਕੋ, ਅਮੀਰ ਲਾਇਬ੍ਰੇਰੀ, ਅਮੀਰ ਸਾਹਿਤ, ਅਮੀਰ ਵਿਰਸੇ ਦੇ ਮਾਲਕ ਸਰਦਾਰ ਚਰਨਜੀਤ ਸਿੰਘ ਜੀ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ, ਪਰ ਇੱਥੇ ਰੁਕ ਰਹੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਤੁਸੀਂ ਬਣੇ ਰਹੋ ਸਾਡੇ ਨਾਲ ਚੰਡੀਗੜ੍ਹ ਟਾਈਮ ਟੀਵੀ। ਖਾਸ ਮੁਲਾਕਾਤ। ਕੀ ਤੁਸੀਂ ਜਾਣਨਾ ਚਾਹੁੰਦੇ ਹੋ ਆਪਣੇ ਮਨਪਸੰਦ ਸਿਤਾਰਿਆਂ ਦੇ ਜ਼ਿੰਦਗੀ ਦੇ ਸਫ਼ਰ ਬਾਰੇ, ਸਿੰਗਰਸ, ਐਕਟਰਸ ਦੇ ਆਪਣੇ ਫੇਵਰਿਟ ਆਰਟਿਸਟ ਦੀਆਂ ਇੰਟਰਸਟਿੰਗ ਕਹਾਣੀਆਂ ਨੂੰ? ਤਾਂ ਦੇਖੋ ਸਾਡਾ ਸਪੈਸ਼ਲ ਪ੍ਰੋਗਰਾਮ ਜੀ ਆਇਆਂ ਨੂੰ ਹਰ ਸ਼ੁੱਕਰਵਾਰ ਦੁਪਹਿਰ 2:30 ਵਜੇ ਤੇ ਰਿਪੀਟ ਟੈਲੀਕਾਸਟ ਹਰ ਸੋਮਵਾਰ ਦੁਪਹਿਰ 2:30 ਵਜੇ ਓਨਲੀ ਔਨ ਚੜ੍ਹਦੀ ਕਲਾ ਟਾਈਮ ਟੀਵੀ। ਜੀ ਆਇਆਂ ਨੂੰ। ਬ੍ਰੇਕ ਤੋਂ ਬਾਅਦ ਸਾਡੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਾਸ ਮੁਲਾਕਾਤ ਤੇ ਅੱਜ ਸਾਡੇ ਦਰਮਿਆਨ ਨੇ ਰਿਟਾਇਰਡ ਮੈਨੇਜਰ ਸਰਦਾਰ ਚਰਨਜੀਤ ਸਿੰਘ ਜੀ। ਸਰਦਾਰ ਚਰਨਜੀਤ ਸਿੰਘ ਜੀ, ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਸੀਂ ਗੱਲ ਕਰ ਰਹੇ ਸੀ ਅਮੀਰ ਲਾਇਬ੍ਰੇਰੀ, ਅਮੀਰ ਸਾਹਿਤ, ਪੰਜਾਬੀ ਸਾਹਿਤ ਬਾਰੇ ਤੁਸੀਂ ਗੱਲ ਕੀਤੀ ਹੈ ਜੀ। ਗੱਲ ਇਹ ਕਿ ਪੰਜਾਬੀ ਸਾਹਿਤ ਸਾਡਾ ਬਹੁਤ ਅਮੀਰ ਹੈ ਜੀ। ਸਿਰਫ ਲੋੜ ਹੈ ਉਹਦਾ ਅਧਿਐਨ ਕਰਨ ਦੀ। ਜੇ ਅਸੀਂ ਸੂਫੀਆਨਾ ਕਲਾਮ ਦੇਖਦੇ ਹਾਂ, ਜੇ ਅਸੀਂ ਲੇਖਕਾਂ ਨੂੰ ਦੇਖਦੇ ਹਾਂ, ਸਾਡੇ ਕੋਲ ਧਨੀ ਰਾਮ ਚਾਤਰਕ, ਬਾਬੂ ਫਿਰੋਜ਼ਦੀਨ ਸ਼ਰਫ ਜਾਂ ਉਸਤਾਦ ਦਾਮਨ, ਜਾਂ ਜਿਹੜੇ ਪੁਰਾਣੇ ਸਾਡੇ ਦੀਪਕ ਜੈਤੋਈ ਗਜ਼ਲਗੋ, ਜਾਂ ਪ੍ਰਿੰਸੀਪਲ ਤਖਤ ਸਿੰਘ, ਸੁਰਜੀਤ ਪਾਤਰ, ਸਾਡੇ ਜਗਤਾਰ, ਮੀਸ਼ਾ, ਅੰਮ੍ਰਿਤਾ ਪ੍ਰੀਤਮ, ਕਮਾਲ ਦਾ ਲਿਖਿਆ ਇਹਨਾਂ ਨੇ ਜੀ। ਜੇ ਅਸੀਂ ਵਾਰਤਕ ਵੱਲ ਦੇਖਦੇ ਹਾਂ ਤਾਂ ਅੰਮ੍ਰਿਤਾ ਪ੍ਰੀਤਮ, ਅਜੀਤ ਕੌਰ, ਦਲੀਪ ਕੌਰ ਟਿਵਾਣਾ, ਇਸ ਤਰ੍ਹਾਂ ਬਹੁਤ ਸਾਰੇ ਲੇਖਕ ਨੇ ਜਿਨ੍ਹਾਂ ਨੇ ਬੜਾ ਸਾਰਾ ਕੰਮ ਕੀਤਾ। ਤਾਰਨ ਗੁਜਰਾਲ। ਮੈਂ ਜਦੋਂ ਪੰਜਾਬੀ ਸੱਥ ਵਾਸਤੇ ਕੰਮ ਕਰ ਰਿਹਾ ਸੀਗਾ, ਉਹਨਾਂ ਦੀ ਪੁਸਤਕਾਂ ਤਿਆਰ ਕਰ ਰਿਹਾ ਸੀਗਾ, ਤੇ ਮੈਨੂੰ
ਡਾਕਟਰ ਨਿਰਮਲ ਸਿੰਘ ਜਿਹੜੇ ਉੱਥੋਂ ਦੇ ਸਰਪ੍ਰਸਤ ਨੇ ਕਹਿਣ ਲੱਗੇ ਕਿ ਮਾਝਾ ਮਾਲਵਾ ਤੇ ਦੁਆਬਾ ਤੇ ਬਹੁਤ ਕੰਮ ਹੋ ਚੁੱਕਾ ਤੇ ਤੁਸੀਂ ਸਾਨੂੰ ਪੋਠੋਹਾਰ ਦੇ ਉੱਤੇ ਕੰਮ ਕਰਕੇ ਦਿਓ, ਪੋਠੋਹਾਰੀ ਕਹਾਣੀਆਂ। ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੇ ਪੋਠੋਹਾਰੀ ਹੈ ਨਹੀਂ ਆ, ਲੇਕਿਨ ਮੈਨੂੰ ਪੋਠੋਹਾਰੀ ਆਂਦੀ ਹੈ, ਕਿਉਂਕਿ ਜਿੱਥੇ ਮੇਰਾ ਜਨਮ ਹੋਇਆ, ਜਿੱਥੇ ਮੇਰੀ ਪਰਵਰਿਸ਼ ਹੋਈ, ਉੱਥੇ ਸਾਡੇ ਗੁਆਂਢ ਵਿੱਚ 2 ਪਰਿਵਾਰ ਸਨ ਜਿਹੜੇ ਪੋਠੋਹਾਰੀ ਸੀ ਜੀ। ਤੇ ਮੇਰੇ ਤੋਂ ਉਹ ਪੋਠੋਹਾਰੀ ਭਾਸ਼ਾ ਨੂੰ ਮੈਨੂੰ ਚੰਗੀ ਤਰ੍ਹਾਂ ਸਮਝ ਪਈ ਤੇ ਮੈਂ ਪੋਠੋਹਾਰੀ ਕਹਾਣੀਆਂ ਇਕੱਤਰਿਤ ਕੀਤੀਆਂ। ਉਹਦੇ 'ਚ ਤਾਰਨ ਗੁਜਰਾਲ ਹੋ ਗਈ, ਉਹਦੇ 'ਚ ਡਾਕਟਰ ਸ਼ਰਨਜੀਤ ਕੌਰ ਹੋ ਗਈ, ਉਹਦੇ 'ਚ ਕਾਨਾ ਸਿੰਘ ਹੋ ਗਈ, ਬਹੁਤ ਸਾਰੇ ਮੈਂ ਡਾਕਟਰ ਸਵਿੰਦਰ ਸਿੰਘ ਉੱਪਲ ਹੋ ਗਏ, ਕਰਤਾਰ ਸਿੰਘ ਦੁੱਗਲ ਹੋ ਗਏ, ਤੇ ਮੈਂ ਇਹਨਾਂ ਦੇ ਉੱਤੇ ਪੋਠੋਹਾਰੀ ਕਹਾਣੀਆਂ ਦੇ ਉੱਤੇ ਕੰਮ ਕੀਤਾ। ਪੰਜਾਬੀ ਸਾਹਿਤਕਾਰ ਜੋ ਮੈਂ ਸਮਝਦਾ ਕਿ ਉਹਨਾਂ ਨੂੰ ਹੋਰ ਪੜ੍ਹਨਾ ਚਾਹੀਦਾ ਹੈ। ਜੇ ਅਸੀਂ ਆਪਣੇ ਅਮੀਰ ਵਿਰਸੇ ਤੋਂ ਵਾਕਿਫ ਨਹੀਂ ਹੋਵਾਂਗੇ, ਜੇ ਅਸੀਂ ਦੂਜੀਆਂ ਭਾਸ਼ਾਵਾਂ ਦੇ ਅਨੁਵਾਦ ਕੀਤੇ ਕੰਮ ਨੂੰ ਨਹੀਂ ਦੇਖਾਂਗੇ ਤੇ ਸਾਡਾ ਪੜ੍ਹਨਾ ਜਿਹੜਾ ਵਿਅਰਥ ਚਲਾ ਜਾਂਦਾ ਹੈ। ਅਸੀਂ ਇੱਕੋ ਆਪਣੀ ਭਾਸ਼ਾ ਨੂੰ ਲੈ ਕੇ ਵਿਕਸਿਤ ਨਹੀਂ ਹੋ ਸਕਦੇ, ਸਾਨੂੰ ਦੂਜੀਆਂ ਭਾਸ਼ਾਵਾਂ ਦਾ ਗਿਆਨ ਹੋਣਾ ਵੀ ਬਹੁਤ ਜ਼ਰੂਰੀ ਹੈ ਜੀ। ਚਾਹੇ ਉਹ ਅੰਗਰੇਜ਼ੀ, ਮੈਂ ਇਸੇ ਲਈ ਮੇਰੀ ਕਿਤਾਬਾਂ ਦੂਜੀਆਂ ਭਾਸ਼ਾਵਾਂ 'ਚ ਅਨੁਵਾਦ ਕਰਾਈਆਂ, ਅੰਗਰੇਜ਼ੀ ਵਿੱਚ, ਬਾਂਗਲਾ ਵਿੱਚ, ਮਰਾਠੀ ਵਿੱਚ। ਇਸ ਲਈ ਉਹ ਕਿਤਾਬ ਸਿੰਧੀ ਔਰ ਗੁਜਰਾਤੀ 'ਚ ਅਨੁਵਾਦ ਹੋ ਰਹੀ ਹੈ, ਜਿਹੜੀ ਕਿ ਦਸੰਬਰ ਤੱਕ ਦੋਨੋਂ ਕਿਤਾਬਾਂ ਆ ਜਾਣੀਆਂ। ਬਹੁਤ ਵਧੀਆ। ਸਾਰੀਆਂ ਭਾਰਤੀ ਭਾਸ਼ਾਵਾਂ ਦੇ ਵਿੱਚ, ਫਿਰ ਵਿਦੇਸ਼ੀ ਭਾਸ਼ਾਵਾਂ ਦੇ ਵਿੱਚ ਇਹਨਾਂ ਪੁਸਤਕਾਂ ਦਾ ਆਉਣਾ ਬਹੁਤ ਜ਼ਰੂਰੀ ਹੈ ਜੀ। ਦੂਜੀ ਭਾਸ਼ਾਵਾਂ ਨੂੰ ਜਦ ਤੱਕ ਅਸੀਂ ਨਹੀਂ ਸਮਝਾਂਗੇ, ਉਹਨਾਂ ਦੀ ਕਲਚਰ ਨੂੰ ਨਹੀਂ ਸਮਝਾਂਗੇ, ਔਰ ਬਹੁਤ ਸਾਰੀ ਵੈਸੇ ਲਈ ਵੱਡੀ ਘਾਟ ਹੈ ਬਾਲ ਸਾਹਿਤ ਦੀ। ਬਾਲ ਸਾਹਿਤ 'ਤੇ ਕੰਮ ਬਹੁਤ ਘੱਟ ਹੋ ਰਿਹਾ, ਉਹ 'ਤੇ ਕੰਮ ਸਾਨੂੰ ਕਰਨਾ ਚਾਹੀਦਾ। ਨਿੱਠ ਕੇ ਬਹਿ ਕੇ ਕੰਮ ਕਰਨ ਵਾਲੇ ਬੜੇ ਬੰਦੇ ਜ਼ਰੂਰ ਚਾਹੀਦੇ। ਕੁਛ ਲੋਕ ਕੰਮ ਕਰ ਰਹੇ ਨੇ, ਲੇਕਿਨ ਅੱਛਾ ਕੰਮ ਕਰ ਰਹੇ ਨੇ। ਅਜੇ ਇਹਦੇ 'ਚ ਬਹੁਤ ਜ਼ਿਆਦਾ ਲੋੜ ਹੈ, ਇਸ ਕੰਮ ਨੂੰ ਹੋਰ ਵਿਸਤਾਰ ਦੇਣ ਦੀ ਲੋੜ ਹੈ। ਜਦ ਤੱਕ ਅਸੀਂ ਇਸਤਰੀ ਮਨ ਦੀਆਂ ਚੀਜ਼ਾਂ ਨੂੰ ਨਹੀਂ ਕਰਾਂਗੇ, ਇਸਤਰੀ ਮਨ ਦੀ ਪਰਤਾਂ ਨੂੰ ਨਹੀਂ, ਉਹਨਾਂ 'ਤੇ ਲਿਖੀਆਂ ਕਹਾਣੀਆਂ ਨੂੰ, ਉਹਨਾਂ ਦੇ ਉੱਤੇ ਲਿਖੇ ਵਾਰਤਕ ਨੂੰ ਅਸੀਂ ਨਹੀਂ ਕਰਾਂਗੇ। ਇਸ ਤੋਂ ਇਲਾਵਾ ਮੇਰਾ ਇੱਕ ਹੋਰ ਸ਼ੌਕ ਰਿਹਾ ਕਿ ਮੈਂ ਕੁਛ ਇੱਕ ਗਾਣਿਆਂ ਦੇ ਵੀਡੀਓਗ੍ਰਾਫੀ ਵੀ ਕੀਤੀ ਜੀ। ਬਹੁਤ ਵਧੀਆ ਜਿਹੜੇ ਗਾਣੇ ਨੇ ਉਹਨਾਂ ਦੇ ਉੱਤੇ ਮੈਂ ਉਹਨਾਂ ਦੀਆਂ ਵੀਡੀਓਜ਼ ਵੀ ਬਣਾਈਆਂ, ਕਿਉਂਕਿ ਮੇਰਾ ਇਸ ਤਰਫ ਵੀ ਬੜਾ ਸਾਰਾ ਧਿਆਨ ਰਿਹਾ ਕਿ ਇਹਨਾਂ ਨੂੰ, ਕਿਉਂਕਿ ਇੱਕ ਚੀਜ਼ ਨੂੰ ਪੜ੍ਹਨਾ, ਇੱਕ ਚੀਜ਼ ਇਲੈਕਟ੍ਰੋਨਿਕ ਮੀਡੀਆ ਦੇ ਯੁੱਗ ਵਿੱਚ ਉਹਨਾਂ ਚੀਜ਼ਾਂ ਨੂੰ ਫਿਲਮ ਬਣਾ ਕੇ ਪ੍ਰੋਡਿਊਸ ਕਰਨਾ ਉਹ ਜਲਦੀ ਅਸਰ ਕਰਦਾ ਹੈ। ਬਿਲਕੁਲ ਜੀ। ਹੋਰ ਮੇਰਾ ਇਹ ਵੀ ਮੰਨਣਾ ਕਿ ਜਿਹੜਾ ਬਾਲ ਸਾਹਿਤ ਹੈ ਉਹਦੇ 'ਚ ਅਸੀਂ ਬੱਚਿਆਂ ਨੂੰ ਉੱਥੋਂ ਬੁਨਿਆਦੀ ਤੌਰ ਦੀ ਜਾਣਕਾਰੀ ਦਈਏ ਜਿਹੜੀ ਉਹਨਾਂ ਨੂੰ ਲੋੜ ਹੈ। ਅੱਜ ਸਾਡੇ ਬੱਚਿਆਂ ਨੂੰ ਜੇ ਅਸੀਂ ਬੁਲਾ ਕੇ ਪੁੱਛਦੇ ਹਾਂ, ਅੰਗਰੇਜ਼ੀ ਦੀਆਂ ਕੁਛ ਇੱਕ ਪੋਇਮਸ ਰਟਾਈਆਂ ਸੁਣਾ ਦਿੰਦੇ ਨੇ। ਅੱਜ ਕਿਸੇ ਵੀ ਬੱਚੇ ਨੂੰ ਮੈਂ ਨਹੀਂ ਸੁਣਿਆ ਕਿ ਪੰਜਾਬੀ ਦੀ ਕੋਈ ਕਵਿਤਾ ਉਹਨੂੰ ਇਹੋ ਜਿਹੀ ਆਉਂਦੀ ਹੋ, ਜਿਵੇਂ ਜਾਨੀ ਜਾਨੀ ਹੋ ਗਈ ਜਾਂ ਹੋਰ ਜਿਹੜੀਆਂ ਅੰਗਰੇਜ਼ੀ ਦੀਆਂ ਰਾਈਮਸ ਹੈਗੀਆਂ ਜੀ। ਸਾਡੇ ਕੋਲ ਪੰਜਾਬੀ ਦੀਆਂ ਇਹੋ ਜਿਹੀਆਂ ਚੀਜ਼ਾਂ ਕਿਉਂ ਨਹੀਂ ਹੈ? ਇਹੋ ਜਿਹੇ ਕਾਮਿਕਸ ਕਿਉਂ ਨਹੀਂ ਹੈ? ਸਾਡੇ ਕੋਲ ਇਸ ਤਰ੍ਹਾਂ ਦਾ ਬਾਲ ਸਾਹਿਤ ਕਿਉਂ ਨਹੀਂ ਹੈਗਾ? ਜਦ ਕਿ ਇਸਤਰੀ ਮਨ 'ਤੇ ਲਿਖੀਆਂ ਕਹਾਣੀਆਂ ਵੀ ਸਾਡੇ ਕੋਲ ਘੱਟ ਨੇ। ਕੁਛ ਇੱਕ ਨਾਵਲਸ ਹੈ ਨੇ, ਕੁਛ ਇੱਕ ਕਹਾਣੀਆਂ ਦੀ ਕਿਤਾਬਾਂ ਹੈ ਨੇ ਜਿਨ੍ਹਾਂ 'ਤੇ ਕੰਮ ਹੋ ਰਿਹਾ। ਔਰ ਮੈਂ ਇਹ ਸਮਝਦਾ ਕਿ ਜਿਹੜੇ ਸਾਡੇ ਸਾਰੇ ਪੁਰਾਣੇ ਲੇਖਕ ਨੇ ਉਹਨਾਂ ਨੇ ਬਹੁਤ ਕਮਾਲ ਲਿਖਿਆ, ਸਾਨੂੰ ਉਹਨਾਂ ਨੂੰ ਪੜ੍ਹਨਾ ਚਾਹੀਦਾ ਹੈ। ਕਰਤਾਰ ਸਿੰਘ ਦੁੱਗਲ 1000 ਤੋਂ ਉੱਪਰ ਕਹਾਣੀਆਂ ਉਹਨਾਂ ਨੂੰ। ਡਾਕਟਰ ਮਹਿੰਦਰ ਸਿੰਘ ਜੋਸ਼ੀ ਨੇ ਕਿਹਾ ਕਿ ਕਰਤਾਰ ਸਿੰਘ ਦੁੱਗਲ ਪੰਜਾਬੀ ਸਾਹਿਤ ਦੇ ਸੁਨੀਲ ਗਾਵਸਕਰ ਨੇ। ਸਾਨੂੰ ਉਹਨਾਂ ਨੂੰ ਇੱਕ ਇੱਕ ਕਹਾਣੀ ਨੂੰ ਪੜ੍ਹਨਾ ਚਾਹੀਦਾ। ਬੜੀਆਂ ਮਨੋਵਿਗਿਆਨਿਕ ਕਹਾਣੀਆਂ ਨੇ ਤੇ ਇਹਨਾਂ ਕਹਾਣੀਆਂ 'ਤੇ ਸਾਨੂੰ ਫੋਕਸ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਜਿਹੜਾ ਬਹੁਤ ਸਾਰਾ ਕੰਮ ਹੈ ਸਿੱਖ ਇਤਿਹਾਸ ਨੂੰ ਪੇਸ਼ ਕਰਨ ਦਾ ਕੰਮ। ਸਿੱਖ ਇਤਿਹਾਸ ਦੇ ਬਾਰੇ ਸਾਡੇ ਕੋਲ ਹਿਸਟੋਰੀਅਨਸ ਨੇ ਜਿਹੜਾ ਕੰਮ ਕੀਤਾ, ਬੜੇ ਥੋੜ੍ਹੇ ਹਿਸਟੋਰੀਅਨਸ ਨੇ ਬਹੁਤ ਵਧੀਆ ਕੰਮ ਕੀਤਾ ਹੈ, ਕਮਾਲ ਦਾ ਕੰਮ ਹੈ। ਜੇ ਅਸੀਂ ਅੱਜ ਦੇਖਦੇ ਹਾਂ ਕਾਨ ਸਿੰਘ ਨਾਭਾ ਨੂੰ ਦੇਖਦੇ ਹਾਂ, ਜਾਂ ਅਸੀਂ ਪੁਰਾਣੇ ਜਿਹੜੇ ਸਾਡੇ ਹੋਰ ਅਕਾਲੀ ਕੌਰ ਸਿੰਘ ਨੂੰ ਦੇਖਦੇ ਹਾਂ ਜੋ ਕੰਮ ਕਰ ਗਏ ਹੈ। ਤੁਕ ਤਤਕਰਾ ਜਿਹੜੀ ਕਿਤਾਬ ਹੈ ਅਕਾਲੀ ਕੌਰ ਸਿੰਘ ਦੀ, ਗਜ਼ਬ ਹੈ। ਤੁਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਧਰੇ ਕੋਈ ਵੀ ਸ਼ਬਦ ਹੈ, ਤੁਸੀਂ ਉਹਦੀ ਪਹਿਲੀ ਲਾਈਨ ਨੂੰ ਉਹਦੇ 'ਚੋਂ ਲੱਭੋ, ਤੁਹਾਨੂੰ ਯਾਦ ਹੋਏ ਤੇ ਉਹ ਤੁਹਾਨੂੰ ਦੱਸ ਦੇਗਾ ਕਿਹੜੇ ਸਫ਼ੇ 'ਤੇ ਅੰਕਿਤ ਹੈ। ਹਾਲਾਂਕਿ ਇਹਦੇ 'ਤੇ ਬਹੁਤ ਸਾਰੇ ਸੌਫਟਵੇਅਰਸ ਬਣ ਗਏ ਨੇ, ਬਹੁਤ ਸਾਰੇ ਇਹੋ ਜਿਹੇ ਤੁਹਾਡੇ ਕੋਲ ਪਲੇ ਸਟੋਰ ਦੇ ਜਾ ਕੇ ਜਾਂ ਗੂਗਲ ਦੇ ਉੱਤੇ ਤੁਸੀਂ ਸਰਚ ਕਰ ਸਕਦੇ ਹੋ। ਜਿਹੜਾ ਮੈਂ ਸੰਖਿਆ ਕੋਸ਼ ਦਾ ਕੰਮ ਕਰ ਰਿਹਾ, ਮੇਰੀ ਇਹਦੇ 'ਚ ਇਹ ਵੀ ਕੋਸ਼ਿਸ਼ ਰਹੇਗੀ ਕਿ ਇਹਨੂੰ ਅਸੀਂ ਇਲੈਕਟ੍ਰੋਨਿਕ ਮੀਡੀਆ ਦੇ ਨਾਲ ਜੋੜ ਸਕੀਏ। ਬਹੁਤ ਵਧੀਆ ਜੀ। ਤਾਂ ਕਿ ਜਿਨ੍ਹਾਂ ਨੂੰ ਜੋ ਇਨਫੋਰਮੇਸ਼ਨ ਚਾਹੀਦੀ ਹੈ, ਪੁਸਤਕਾਂ ਪੜ੍ਹਨ ਦਾ ਸਾਡੇ ਘਰਾਂ 'ਚ ਰਿਵਾਜ਼ ਨਹੀਂ ਰਿਹਾ। ਪੁਸਤਕਾਂ ਅਸੀਂ ਮੋਬਾਈਲ ਦੇ ਉੱਤੇ ਖੇਡਣ ਦੇ ਜ਼ਿਆਦਾ ਇਤਮਾਰ ਕਰਦੇ ਹਾਂ। ਫੇਸਬੁੱਕ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਜਾਂ ਅਸੀਂ WhatsApp ਹੋ ਗਿਆ, ਅਸੀਂ ਇਹਦੇ 'ਤੇ ਜ਼ਿਆਦਾ ਨਿਰਭਰ ਹੈਗੇ ਹਾਂ। ਸਾਡੇ ਕੋਲ ਇਸ ਤਰ੍ਹਾਂ ਅੱਛਾ ਜਿਹੜੀਆਂ ਗੂਗਲ 'ਤੇ ਵੀ ਚੀਜ਼ਾਂ ਪਈਆਂ ਨੇ ਸਿੱਖ ਇਤਿਹਾਸ ਨਾਲ ਸੰਬੰਧਿਤ, ਉਹ ਅਪ ਟੂ ਡੇਟ ਨਹੀਂ ਹੈਗੀਆਂ। ਹਾਲਾਂਕਿ ਇਸ ਪਾਸੇ ਕੋਸ਼ਿਸ਼ ਹੋ ਰਹੀ ਹੈ। ਸਾਨੂੰ ਇਸ ਪਾਸੇ ਧਿਆਨ ਦੇਣ ਦੀ ਬਹੁਤ ਸਖਤ ਜ਼ਰੂਰਤ ਹੈ। ਪੰਜਾਬੀ ਦੇ ਲੇਖਕਾਂ ਨੂੰ ਨਿੱਠ ਕੇ ਬਹਿ ਕੇ ਕੰਮ ਕਰਨ ਦੀ ਲੋੜ ਹੈ।
ਹੋਰ ਜਿਹੜਾ ਇੱਕ ਬੜਾ ਵੱਡਾ ਮੁੱਦਾ ਹੈ ਉਹ ਹੈ ਪਰਸਨੈਲਿਟੀ ਕਲੈਸ਼ ਦਾ। ਸਾਨੂੰ ਲੇਖਕਾਂ ਨੂੰ ਇੱਕ ਦੂਜੇ ਦੇ ਨਾਲ ਜੈਲਸੀ ਹੈ। ਅਸੀਂ ਕਦੀ ਵੀ ਲੇਖਕ ਇਕਜੁੱਟ ਹੋ ਕੇ ਕੰਮ ਕਰਨਾ ਪਸੰਦ ਨਹੀਂ ਕਰਦੇ। ਅਗਰ ਕੋਈ ਲੇਖਕ ਕਿਸੇ ਉਚਾਈ ਵੱਲ ਜਾ ਰਿਹਾ ਹੈ ਤਾਂ ਸਾਨੂੰ ਅਸੀਂ ਉਹਨੂੰ ਪ੍ਰਮੋਟ ਨਹੀਂ ਕਰਦੇ। ਪੁਸਤਕ ਜਦੋਂ ਛਪ ਜਾਂਦੀ ਹੈ ਤੇ ਬਣੇ ਬਣਾਏ ਸਿਰੇ ਉਹਨਾਂ ਦੇ ਕੋਲ ਹੁੰਦੇ ਨੇ, ਆਲੋਚਕਾਂ ਦੇ ਕੋਲ, ਉਹੀ ਉਹਨਾਂ ਦੇ ਸਿਰਫ ਨਾਮ ਬਦਲ ਕੇ ਤੇ ਉਹਨਾਂ ਨੂੰ ਰਿਵਿਊ ਕਰ ਦਿੰਦੇ ਨੇ। ਕੁਝ ਕਿਤਾਬਾਂ ਜਿਹੜੀਆਂ ਬਹੁਤ ਕੀਮਤੀ ਨੇ ਉਹਨਾਂ ਦੇ ਰਿਵਿਊ ਬੜਾ ਨਿੱਠ ਕੇ ਬਹਿ ਕੇ ਹੋਣਾ ਚਾਹੀਦਾ। ਜਦ ਤੱਕ ਕਿਤਾਬ ਨੂੰ ਐਨਾਲਿਸਿਸ ਨਹੀਂ ਹੋਏਗਾ ਕਿਤਾਬ ਦਾ ਤਾਂ ਤੱਕ ਪਾਠਕ ਨੂੰ ਸਮਝ ਹੀ ਨਹੀਂ ਪਾਏਗਾ। ਔਰ ਸਾਡੇ ਇੱਥੇ ਪ੍ਰਕਾਸ਼ਕਾਂ ਦੀ ਬੜੀ ਵੱਡੀ ਮੁਸੀਬਤ ਹੈ ਕਿ ਪਹਿਲੇ ਲੇਖਕ ਲਿਖੇ, ਫਿਰ ਪ੍ਰਕਾਸ਼ਕਾਂ ਨੂੰ ਪੈਸੇ ਦੇ ਕੇ ਕਿਤਾਬ ਛਪਵਾਏ। ਫਿਰ ਜਦੋਂ ਅੱਜ ਦਾ ਸਮਾਂ ਹੈ ਤੇ ਅੱਜ ਕੱਲ੍ਹ ਡਿਜੀਟਲ ਪ੍ਰਿੰਟਿੰਗ ਚੱਲ ਗਈ, ਉਹ ਚਾਹੇ ਤੁਸੀਂ 5 ਕਿਤਾਬਾਂ ਛਾਪ ਲਓ, 2 ਕਿਤਾਬਾਂ ਛਾਪ ਲਓ ਜਾਂ 200 ਕਾਪੀਆਂ ਛਾਪ ਲਓ, ਪ੍ਰਕਾਸ਼ਕ ਔਰ ਲੇਖਕ ਦਾ ਰਿਸ਼ਤਾ ਮਜ਼ਬੂਤ ਨਹੀਂ ਹੈਗਾ। ਪ੍ਰਕਾਸ਼ਕ ਉਸ ਕੰਮ ਨੂੰ ਇੱਕ ਯੂਨਿਟ ਦੀ ਤਰ੍ਹਾਂ ਦੇਖਦੇ ਨੇ ਕਿ ਇਸ ਲੇਖਕ ਦੀ ਕਿਤਾਬ ਆਈ ਹੈ, ਇਹ 'ਚੋਂ ਅਸੀਂ ਪੈਸਾ ਕਮਾ ਲਈਏ। ਉਹਨਾਂ ਦੀ ਮਨਸ਼ਾ ਸਾਹਿਤ ਨੂੰ ਪ੍ਰਚਾਰਿਤ ਕਰਨ ਦੀ ਨਹੀਂ ਹੈ। ਲੇਖਕ ਜਿਹੜਾ ਬੜਾ ਆਪਣੇ ਖੂਨ ਦੇ ਨਾਲ ਆਪਣੀਆਂ ਰਚਨਾਵਾਂ ਨੂੰ ਲਿਖਦਾ ਹੈ ਔਰ ਸੋਚਦਾ ਕਿ ਮੈਂ ਬੜਾ ਇਹਨਾਂ ਚੀਜ਼ਾਂ ਨੂੰ ਪਬਲਿਕ ਤੱਕ ਪਹੁੰਚੇਗੀ। ਪ੍ਰਕਾਸ਼ਕ ਐਮਾਜ਼ੋਨ ਤੇ ਵੇਚ ਲੈਣਗੇ, ਫਲਿੱਪਕਾਰਟ ਤੇ ਵੇਚ ਲੈਣਗੇ ਜਾਂ ਜਿਵੇਂ ਡਿਸਟ੍ਰੀਬਿਊਟਰਸ ਦੇ ਕੇ ਵੇਚ ਲੈਣਗੇ, ਲੇਕਿਨ ਲੇਖਕ ਦੇ ਪੱਲੇ ਕੁਝ ਵੀ ਨਹੀਂ ਪੈਂਦਾ। ਲੇਖਕ ਆਪਣੀ ਕਿਤਾਬ ਨੂੰ ਛਪਵਾਉਣ ਲਈ 15,000 20,000 25,000 ਰੁਪਇਆ ਦੇ ਕੇ ਕਿਤਾਬ ਛਪਵਾਉਂਦਾ ਤੇ ਉਹਨੂੰ 10 20 30 50 ਕਿਤਾਬਾਂ ਮਿਲ ਜਾਂਦੀਆਂ। ਇੱਕ ਬੜਾ ਵੱਡਾ ਇਹ ਸਾਨੂੰ ਇਹਦੇ ਜਾਗਰੂਕਤਾ ਲਿਆਉਣ ਦੀ ਲੋੜ ਹੈ। ਪੰਜਾਬੀ ਦੇ ਅੱਛੇ ਪ੍ਰਕਾਸ਼ਕਾਂ ਦੀ ਜ਼ਰੂਰਤ ਹੈ। ਸਾਡੇ ਇੱਥੇ ਪੰਜਾਬੀ 'ਚ ਲਿਖਣ ਤੇ ਰਾਇਲਟੀ ਕਦੀ ਵੀ ਨਹੀਂ ਮਿਲਦੀ, ਜਦਕਿ ਅੰਗਰੇਜ਼ੀ ਸਾਹਿਤ ਦੇ ਵਿੱਚ ਰਾਇਲਟੀ ਸਿਸਟਮ ਵੀ ਹੈ। ਇੱਥੇ ਲੇਖਕ ਲਿਖਣ ਤੋਂ ਬਾਅਦ ਪ੍ਰਕਾਸ਼ਕਾਂ ਕੋਲ ਚੱਕਰ ਕੱਟੇ, ਪ੍ਰਕਾਸ਼ਕਾਂ ਨੂੰ ਪੈਸੇ ਦੇਵੇ, ਆਪਣੀ ਕਿਤਾਬ ਛਾਪੇ, ਫਿਰ ਆਪਣੀ ਕਿਤਾਬ ਜਿਹੜੀ ਹੈ ਇਹਦੀ ਉਹਨੂੰ ਰਿਵਿਊ ਕਰਨ ਲਈ ਜਾਂ ਜਿਹਨਾਂ ਨੂੰ ਦੇਣੇ ਉਹਨੂੰ ਮੁਫਤ ਵੰਡਦਾ ਫਿਰੇ। ਜੀ ਸਾਡੇ ਇੱਥੇ ਕਿਤਾਬ ਨੂੰ ਖਰੀਦ ਕੇ ਪੜ੍ਹਨ ਦਾ ਰਿਵਾਜ ਨਹੀਂ ਹੈ, ਜੋ ਕਿ ਇਹ ਬੜਾ ਜ਼ਰੂਰੀ ਕੰਮ ਹੈ। ਹੁਣ ਆਉਣ ਵਾਲੀ ਪਨੀਰੀ ਜਿਹੜੀ ਹੈ, ਕੁਛ ਤੇ ਕਰੋਨਾ ਨੇ ਬਹੁਤ ਨੁਕਸਾਨ ਕੀਤਾ ਜੀ। ਉਹਨਾਂ ਨੇ ਬੱਚਿਆਂ ਦੇ ਹੱਥੋਂ ਕਿਤਾਬਾਂ ਜਿਹੜੀਆਂ ਨੇ ਖੋਹ ਲਈਆਂ, ਉਹਨਾਂ ਨੇ ਇਲੈਕਟ੍ਰੋਨਿਕ ਮੀਡੀਆ 'ਚ ਪਾਤਾ ਔਰ ਕੰਪਿਊਟਰ 'ਤੇ ਕੰਮ ਕਰੋ ਜਾਂ ਮੋਬਾਈਲ ਦੇ ਉੱਤੇ ਕੰਮ ਕਰੋ। ਹੁਣ ਤੁਸੀਂ ਉਹਨਾਂ ਬੱਚਿਆਂ ਨੂੰ ਕਰੋਨਾ ਦੇ ਖਤਮ ਹੋਣ ਦੇ ਬਾਅਦ ਵੀ ਉਹਨਾਂ ਬੱਚਿਆਂ ਨੂੰ ਤੁਸੀਂ ਇਨਸਿਸਟ ਨਹੀਂ ਕਰ ਸਕਦੇ ਕਿ ਤੁਸੀਂ ਆਪਣੀ ਕਿਤਾਬਾਂ ਵੱਲ ਧਿਆਨ ਦਿਓ। ਬਿਲਕੁਲ ਜੀ, ਕਿ ਕੋਵਿਡ ਦੌਰਾਨ ਤੇ ਆਨਲਾਈਨ ਪੜ੍ਹਾਈ ਸ਼ੁਰੂ ਹੋ ਗਈ ਬੱਚਿਆਂ ਦੀ, ਸਕੂਲ ਬੰਦ ਹੋਣ ਕਾਰਨ। ਅੱਛਾ, ਉਹਦਾ ਇੱਕ ਹੋਰ ਵੱਡਾ ਨੁਕਸਾਨ ਹੋਇਆ। ਜਿਹੜੀ ਆਨਲਾਈਨ ਪੜ੍ਹਾਈ ਸ਼ੁਰੂ ਹੋਈ, ਤੁਸੀਂ ਬੜਾ ਅੱਛਾ ਸਵਾਲ ਕੀਤਾ ਜੀ। ਉਹਦੇ 'ਚ ਹੋਇਆ ਕਿ ਸਾਡੀ ਪੜ੍ਹਨ ਦੀ ਰੁਚੀ ਖਤਮ ਹੋ ਗਈ। ਦੂਜਾ, ਬੱਚਿਆਂ ਦੇ ਕੋਲ ਜੋ ਉਹਨਾਂ ਦੇ ਹਾਣ ਸੀ ਉਹ ਮੁੱਕਿਆ। ਬੱਚਿਆਂ ਨੂੰ ਆਪਣੀ ਗੱਲ ਕਹਿਣ ਲਈ ਆਪਣੇ ਹਾਣ ਦੇ ਉੱਤੇ ਧਿਆਨ ਦੇਣ ਦੀ ਲੋੜ ਹੁੰਦੀ ਹੈ। ਉਹਨਾਂ ਨਾਲ ਜੋ ਆਪਣੇ ਮਨ ਦੀ ਗੱਲਾਂ ਬੱਚੇ ਆਪਸ ਵਿੱਚ ਕਰ ਸਕਦੇ ਹੈ ਤੇ ਉਹ ਵੱਡਿਆਂ ਨਾਲੋਂ ਨਹੀਂ ਕਰ ਸਕਦੇ, ਆਪਣੇ ਮਾਤਾ ਪਿਤਾ ਨਾਲ ਨਹੀਂ ਕਰ ਸਕਦੇ ਜੀ। ਤੀਜਾ, ਅਸੀਂ ਨੁਕਸਾਨ ਇਹ ਕਰਤਾ ਬੱਚਿਆਂ ਦਾ ਕਿ ਅਸੀਂ ਬੱਚਿਆਂ ਦਾ ਬਾਹਰ ਨਿਕਲਣਾ ਬੰਦ ਕਰਤਾ। ਉਹਨਾਂ ਨੂੰ ਅਸੀਂ ਫਿਜ਼ੀਕਲ ਉਹਨਾਂ ਦੀ ਜਿਹੜੀ ਹੈ ਉਹਨਾਂ ਦੀ ਫਿਜ਼ੀਕਲ ਐਕਟੀਵਿਟੀ ਜੋ ਖਤਮ ਕਰਤੀ ਹੈ। ਉਹਨਾਂ ਦਾ ਧਿਆਨ ਸਿਰਫ ਫੋਕਸਡ ਹੈ। ਹੁਣ ਜੇ ਬੱਚਾ ਪੜ੍ਹਾਈ ਦੇ ਨਾਂ ਦੇ ਉੱਤੇ ਵੀ ਜੇ ਉਹ YouTube ਦੇ ਉੱਤੇ ਦੇਖ ਰਿਹਾ ਜਾਂ ਕੋਈ ਹੋਰ WhatsApp ਦੇ ਉੱਤੇ ਕਰ ਰਿਹਾ, ਚੈਟਿੰਗ ਕਰ ਰਿਹਾ, ਤਾਂ ਤੁਸੀਂ ਯੂ ਕੈਨ ਨਾਟ ਸਟਾਪ ਦੈਮ, ਤੁਸੀਂ ਰੋਕ ਨਹੀਂ ਸਕਦੇ ਬੱਚੇ ਨੂੰ। ਤੇ ਇਹ ਵੀ ਬਹਾਨਾ ਹੋ ਜਾਂਦਾ ਮੈਂ ਤੇ ਜੀ ਸਕੂਲ ਦੀ ਪੜ੍ਹਾਈ ਕਰ ਰਿਹਾ, ਮੈਂ ਤੇ ਜਿਹਦੇ ਚੋਂ ਸਕੂਲ ਦੇ ਨੋਟਸ ਆਉਂਦੇ, ਮੈਂ ਤੇ ਟੀਚਰ ਦੇ ਨਾਲ ਗੱਲ ਕਰ ਰਿਹਾ। ਤਾਂ ਇਹ ਬਹੁਤ ਵੱਡਾ ਨੁਕਸਾਨ ਹੋਇਆ। ਖੈਰ, ਕੁੱਲ ਮਿਲਾ ਕੇ ਮੁੱਦਾ ਇਹ ਵੇ ਕਿ ਸਾਨੂੰ ਬੱਚਿਆਂ ਦੇ ਹੱਥ ਵਿੱਚ ਕਿਤਾਬਾਂ ਦੁਬਾਰਾ ਸਾਨੂੰ ਦੇਣੀਆਂ ਪੈਣਗੀਆਂ ਜੀ। ਬਿਲਕੁਲ ਬੱਚੇ। ਅੱਛਾ, ਇੱਕ ਹੋਰ ਵੱਡਾ ਨੁਕਸਾਨ ਹੋਇਆ ਉਹ ਇਹ ਵੇ ਕਿ ਸਾਡੀ ਜੁਆਇੰਟ ਫੈਮਿਲੀ ਸਿਸਟਮ ਟੁੱਟ ਗਿਆ। ਜਿਹੜੀਆਂ ਦਾਦੀਆਂ ਨਾਨੀਆਂ ਦੇ ਕੋਲ, ਬਜ਼ੁਰਗਾਂ ਦੇ ਕੋਲ ਬੈਠ ਕੇ ਬੱਚੇ ਸਿੱਖਦੇ ਸਨ, ਉਹ ਖਤਮ ਹੋ ਗਿਆ। ਮਾਤਾ ਪਿਤਾ ਦੋਨੋਂ ਨੌਕਰੀ ਕਰ ਰਹੇ ਨੇ, ਬੱਚੇ ਜਿਹੜੇ ਨੇ ਕਰਚਾਂ 'ਚ ਰੁਲ ਰਹੇ ਨੇ, ਤਾਂ ਉਹਨਾਂ ਬੱਚਿਆਂ ਨੂੰ ਕੌਣ ਦੇਗਾ ਕਿਤਾਬਾਂ? ਉਹਨਾਂ ਦੇ ਬੱਚਿਆਂ ਨੂੰ ਕੌਣ ਰਾਹ ਪਾਏਗਾ? ਤੇ ਇਹ ਬੜਾ ਗੰਭੀਰ ਮੁੱਦੇ ਨੇ। ਇਹਨਾਂ ਮੁੱਦਿਆਂ ਦੇ ਉੱਤੇ ਧਿਆਨ ਦੇਣ ਦੀ ਬਹੁਤ ਸਖਤ ਲੋੜ ਹੈ ਜੀ। ਸੋ ਡਾਕਟਰ ਚਰਨਜੀਤ ਸਿੰਘ, ਤੁਸੀਂ ਪੰਜਾਬੀ ਸਾਹਿਤ ਬਾਰੇ ਗੱਲ ਕੀਤੀ। ਪੰਜਾਬੀ ਸਾਹਿਤ ਦਾ ਬੜੇ ਡੂੰਘਾਈ ਦੇ ਨਾਲ ਤੁਸੀਂ ਅਧਿਐਨ ਕੀਤਾ ਔਰ ਇਹਦੇ ਵਿੱਚ ਜੋ ਬਹੁਤ ਸਾਰੀਆਂ ਖਾਮੀਆਂ ਨੇ ਉਹਨਾਂ ਨੂੰ ਵੀ ਦਰੁਸਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇੱਕ ਬਹੁਤ ਹੀ ਵਧੀਆ ਮੈਸੇਜ ਤੁਸੀਂ ਦਿੱਤਾ ਹੈ ਆਪਣੇ ਦਰਸ਼ਕਾਂ ਨੂੰ। ਸੋ ਜਾਂਦੇ ਸਾਡੇ ਦਰਸ਼ਕਾਂ ਲਈ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਮੈਂ ਸਭ ਤੋਂ ਪਹਿਲੇ ਤਾਂ ਧੰਨਵਾਦ ਕਰਨਾ ਚਾਹਾਂਗਾ ਤੁਹਾਡੇ ਚੈਨਲ ਦਾ ਜੀ, ਕਿ ਜਿਨ੍ਹਾਂ ਨੇ ਇਸ ਪਲੇਟਫਾਰਮ ਤੇ ਆਉਣ ਦਾ ਮੈਨੂੰ ਮੌਕਾ ਦਿੱਤਾ ਹੈ। ਮੈਂ ਇਹੀ ਸੁਨੇਹਾ ਦੇਣਾ ਚਾਹਾਂਗਾ ਕਿ ਸਾਨੂੰ ਲੋਕ ਆਪਣੇ ਪੰਜਾਬੀਆਂ ਨੂੰ ਪੜ੍ਹਨ ਦੀ ਆਦਤ ਪਾਉਣੀ ਚਾਹੀਦੀ ਹੈ। ਪੁਸਤਕ ਤੁਹਾਡੇ ਕੋਲ ਆਏ, ਪੱਤਰਿਕਾ ਤੁਹਾਡੇ ਕੋਲ ਆਏ, ਅਖਬਾਰ ਤੁਹਾਡੇ ਕੋਲ ਆਏ, ਮੈਂ ਸਮਝਦਾ ਕਿ ਅੱਜ ਜਿਹੜੇ ਬੜੇ ਅਮੀਰ ਘਰਾਣੇ ਨੇ ਜਾਂ ਮੀਡੀਅਮ ਕਲਾਸ ਦੇ ਲੋਕ ਨੇ, ਉਹ ਪੰਜਾਬੀ ਦਾ ਨਿਊਜ਼ਪੇਪਰ ਨਹੀਂ ਪੜ੍ਹਦੇ। ਉਹਨਾਂ ਕੋਲ ਅਗਰ ਪੰਜਾਬੀ ਦਾ ਅਖਬਾਰ ਆਉਂਦਾ ਹੋਏਗਾ ਘਰ ਤੇ ਜ਼ਰੂਰ ਪੜ੍ਹਨਗੇ। ਅੰਗਰੇਜ਼ੀ ਔਰ ਹਿੰਦੀ ਦੇ ਅਖਬਾਰ ਸਾਡੇ ਘਰਾਂ 'ਚ ਆਉਂਦੇ ਨੇ। ਮੇਰਾ ਮੰਨਣਾ ਹੈ ਕਿ ਉਹਨਾਂ ਨੂੰ
ਪੜ੍ਹਾਈ ਲਿਖਾਈ ਵੱਲ ਥੋੜ੍ਹਾ ਜਿਹਾ ਧਿਆਨ ਦੇਣ ਦੀ ਜ਼ਰੂਰਤ ਹੈ। ਪੱਤਰਕਾਰਤਾ ਵਿੱਚ ਵੀ ਬੜੀਆਂ ਸਾਰੀਆਂ ਖਾਮੀਆਂ ਨੇ, ਯੈਲੋ ਜਰਨਲਿਜ਼ਮ ਦਾ ਬੜਾ ਸਾਰਾ ਹੈ ਮੁਸੀਬਤ ਹੈ, ਪੋਲੀਟੀਕਲੀ ਮੋਟੀਵੇਟਿਡ ਨੇ ਨਿਊਜ਼ਪੇਪਰਸ ਵੀ, ਮੈਗਜ਼ੀਨਾਂ ਵੀ। ਇਹਨਾਂ ਤੋਂ ਥੋੜ੍ਹਾ ਜਿਹਾ ਬਚਾਅ ਕਰਕੇ ਐਕਚੁਅਲ ਸਾਹਿਤ ਨੂੰ, ਜੋ ਅਸਲੀ ਸਾਹਿਤ ਹੈ, ਜੋ ਸਾਡੇ ਕੋਲ ਅਮੀਰ ਖਜ਼ਾਨਾ ਹੈ, ਉਹਨਾਂ ਨੂੰ ਸਾਨੂੰ ਸੁਣਨਾ ਔਰ ਪੜ੍ਹਨਾ ਚਾਹੀਦਾ ਹੈ। ਸੋ ਡਾਕਟਰ ਚਰਨਜੀਤ ਸਿੰਘ ਜੀ, ਪੰਜਾਬੀ ਸਾਹਿਤ ਤੇ ਹਿੰਦੀ ਸਾਹਿਤ ਦੇ ਵਿੱਚ ਆਪ ਜੀ ਦਾ ਵੱਡਮੁੱਲਾ ਯੋਗਦਾਨ ਹੈ। ਆਪ ਜੀ ਦੇ ਦਿਨ ਦੁਗਣੀ ਰਾਤ ਚੌਗੁਣੀ ਦੀ ਤਰੱਕੀ ਦੀ ਆਸ ਕਰਦੇ ਹਾਂ। ਸੋ ਤੁਹਾਡੇ ਤੋਂ ਇਜਾਜ਼ਤ ਚਾਹਾਂਗੇ, ਤੁਸੀਂ ਸਾਡੇ ਦਰਸ਼ਕਾਂ ਨਾਲ ਕੀਮਤੀ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ। ਸੋ ਦਰਸ਼ਕੋ, ਇਹ ਸਨ ਸਾਡੇ ਨਾਲ ਡਾਕਟਰ ਚਰਨਜੀਤ ਸਿੰਘ, ਰਿਟਾਇਰਡ ਚੀਫ ਮੈਨੇਜਰ। ਅਗਲੇ ਐਪੀਸੋਡ ਵਿੱਚ ਫਿਰ ਹਾਜ਼ਰ ਹੋਵਾਂਗੇ ਇੱਕ ਨਵੀਂ ਸ਼ਖਸੀਅਤ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। खास मुलाकात